कृष्ण मनाई बिहोरी परम कृपाला परम कृपाला। श्री गुरु गोबिंद सिंह विशाला ਸਾਹਿਬ ਉਦਦ ਬੰਦਾ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਤਿਨ ਸੰਤਨ ਕਾ ਵੰਦਨਾ ਸਿਰ ਚਰਨਨ ਪਰ ਧਾਰ ਏਕੰਕਾਰ ਸਤਿਗੁਰੂ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਭਗਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਰਹਿਮਤਾਂ ਦੇ ਸਾਗਰ ਮੇਰੀ ਦਿਲ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਔਰ ਪਵਿੱਤਰ ਅਸਥਾਨ ਦੇ ਉੱਪਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਪਾਤਸ਼ਾਹ ਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰਾਂ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ ਜੋ ਸਤਿਗੁਰਾਂ ਦੁਆਰਾ ਗੁਰ ਅਤੇ ਰਾਸ ਦੀ ਲੜੀਵਾਰ ਕਥਾ ਬਖਸ਼ਿਸ਼ ਹੋਈ ਹੈ। ਆਓ ਕਥਾ ਦੀਆਂ ਵਿਚਾਰਾ ਕਰਨ ਤੋਂ ਪਹਿਲਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਦੁਆਰਾ ਬਖਸ਼ਿਸ਼ ਕੀਤੀ ਗਈ ਫਤਿਹ ਦੁਹਰਾਈਏ। ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਸ ਸਮੇਂ ਸੰਗਲਾ ਦੀਪ ਦੇ ਅੰਦਰ ਰਾਜੇ ਸ਼ਿਵਨਾਗ ਦੀ ਨਗਰੀ ਦੇ ਅੰਦਰ ਵਿਰਾਜੇ ਹੋਏ, ਰਾਜੇ ਨੇ ਸਤਿਗੁਰਾਂ ਨੂੰ ਇੱਛਾ ਪ੍ਰਗਟ ਕੀਤੀ ਹੈ ਕਿ ਮਹਾਰਾਜ ਮੇਰੇ ਘਰ ਦੇ ਅੰਦਰ ਆਪਣੇ ਚਰਨ ਪਾ ਕਰਕੇ ਮੇਰੇ ਗ੍ਰਹਿ ਨੂੰ ਪਵਿੱਤਰ ਕਰੋ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੇ ਸਵਾਲ ਕੀਤਾ ਹੈ ਕਿ ਰਾਜਾ ਸ਼ਿਵਨਾਗ ਪਹਿਲਾਂ ਆਪਣੇ ਘਰ ਨੂੰ ਇੱਕ ਧਰਮਸ਼ਾਲਾ ਅੰਦਰ ਤਬਦੀਲ ਕਰ ਇੱਕ ਧਾਰਮਿਕ ਸਥਾਨ ਬਣਾ, ਪਰਮੇਸ਼ਰ ਦਾ ਜਾਪ ਕਰ, ਪਰਮੇਸ਼ਰ ਦਾ ਭਜਨ ਕਰ, ਜਿੱਥੇ ਉੱਥੇ ਅਸੀਂ ਜ਼ਰੂਰ ਚੱਲ ਕੇ ਆਵਾਂਗੇ। ਸਤਿਗੁਰਾਂ ਦੀ ਆਗਿਆ ਪਾ ਕਰਕੇ ਰਾਜਾ ਸ਼ਿਵਨਾਗ ਆਪਣੇ ਘਰ ਦੇ ਅੰਦਰ ਗਿਆ ਹੈ। ਇੱਕ ਸੁੰਦਰ ਦਰਬਾਰ ਤਿਆਰ ਕਰਵਾਇਆ ਹੈ ਜਿਸ ਦੇ ਵਿੱਚ ਚੰਦਨ ਕਸਤੂਰੀ ਆਦਿ ਦਾ ਲੇਪਨ ਕਰਾਇਆ ਹੈ। ਬੜੀ ਸੁੰਦਰ ਵਿਛਾਈ ਹੈ। ਬੜੇ ਸੁੰਦਰ ਦਰਵਾਜ਼ੇ ਬਣਾਏ ਨੇ ਅਤੇ ਗੁਲਾਬਾਂ ਨੂੰ ਛਿੜਕਾਇਆ ਗਿਆ ਹੈ। ਉਸ ਦਰਬਾਰ ਦੇ ਅੰਦਰੋਂ ਗੁਲਾਬਾਂ ਦੀ ਮਹਿਕ ਆਉਣ ਲੱਗੀ ਹੈ। ਦਰਬਾਰ ਦੇ ਅੰਦਰ ਇੱਕ ਸੁੰਦਰ ਪਲੰਘ ਢਵਾਇਆ ਹੈ ਜਿਸ ਦੇ ਉੱਪਰ ਬੜੀ ਸੁੰਦਰ ਵਿਛਾਈ ਕਰਵਾਈ ਹੈ। ਆਸੇ ਪਾਸੇ ਦੇ ਇਲਾਕਿਆਂ ਦੇ ਲੋਕਾਂ ਨੂੰ ਇਕੱਠਾ ਕੀਤਾ ਹੈ, ਭਾਰੀ ਇਕੱਠ ਕੀਤਾ ਹੈ। ਰਾਜੇ ਸ਼ਿਵਨਾਗ ਦੇ ਮਨ ਅੰਦਰ ਖਿਆਲ ਆਇਆ ਹੈ ਕਿ ਹੁਣ ਗੁਰੂ ਨਾਨਕ ਦੇਵ ਜੀਆਂ ਨੂੰ ਆਪਣੇ ਘਰ ਲੈ ਕੇ ਆਉਣ ਦਾ ਸਮਾਂ ਆਇਆ ਹੈ। ਬੜੇ ਚਾਵਾਂ ਦੇ ਨਾਲ ਸ਼ਰਧਾ ਭਾਵਨਾ ਦੇ ਨਾਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੂੰ ਲੈਣ ਵਾਸਤੇ ਉਸ ਬਾਗ ਦੇ ਅੰਦਰ ਗਿਆ ਹੈ ਜਿੱਥੇ ਮਹਾਰਾਜ ਵਿਰਾਜੇ ਹੋਏ ਸਨ।
ਜਾ ਕਰਕੇ ਬਾਗ ਬਗੀਚੇ ਦੇ ਅੰਦਰ ਵੇਖਿਆ ਹੈ, ਪਰ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਕਿਤੇ ਵੀ ਨਜ਼ਰ ਨਹੀਂ ਆਏ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੇ ਰਾਜੇ ਦੀ ਸ਼ਰਧਾ ਭਾਵਨਾ ਦੀ ਪਰਖ ਲੈਣ ਵਾਸਤੇ ਆਪਣੇ ਆਪ ਨੂੰ ਅਲੋਪ ਕੀਤਾ ਹੈ। ਜਦੋਂ ਆ ਕਰਕੇ ਰਾਜੇ ਸ਼ਿਵਨਾਮ ਨੇ ਚਾਰ ਸ਼ਫੇਰਾ ਤੱਕਿਆ ਹੈ, ਮਹਾਰਾਜ ਕਿਤੇ ਨਜ਼ਰ ਨਹੀਂ ਆਏ। ਘਬਰਾ ਉੱਠਿਆ ਹੈ ਕਿ ਸਤਿਗੁਰੂ ਜੀ ਕਿੱਥੇ ਚਲੇ ਗਏ। ਕਿਤੇ ਮੇਰੇ ਮਨ ਦੀਆਂ ਭਾਵਨਾ ਮੇਰੇ ਮਨ ਦੇ ਅੰਦਰ ਹੀ ਨਾ ਰਹਿ ਜਾਣ। ਇਹ ਸੋਚਦਾ ਸੋਚਦਾ ਬੇਹੋਸ਼ ਹੋ ਕੇ ਜ਼ਮੀਨ ਤੇ ਡਿੱਗਿਆ ਹੈ। ਰਾਜੇ ਸ਼ਿਵਨਾਮ ਦੇ ਸਿਪਾਹੀਆਂ ਨੇ ਨੌਕਰਾਂ ਨੇ ਆ ਕਰਕੇ ਰਾਜੇ ਨੂੰ ਚੱਕਿਆ ਹੈ। ਸਰੀਰ ਉੱਪਰ ਲੱਗੀ ਮਿੱਟੀ ਸਾਫ਼ ਕੀਤੀ ਹੈ। ਉਸ ਦੇ ਮੁੱਖ ਨੂੰ ਹਵਾ ਚੱਲਦੀ ਹੈ। ਜਦੋਂ ਰਾਜੇ ਸ਼ਿਵਨਾਮ ਨੂੰ ਥੋੜੀ ਬਹੁਤੀ ਸੁਰਤ ਆਈ ਹੈ, ਜਦੋਂ ਸੁਰਤ ਆਈ ਹੈ, ਉੱਠਿਆ ਹੈ, ਜੰਗਲ ਦੇ ਰਸਤੇ ਸਤਿਗੁਰਾਂ ਨੂੰ ਲੱਭਦਾ ਹੋਇਆ ਦੌੜਿਆ ਹੈ। ਕਦੇ ਰੁੱਖਾਂ ਨੂੰ, ਕਦੇ ਪੰਛੀਆਂ ਨੂੰ, ਜਾਨਵਰਾਂ ਨੂੰ, ਤਲਾਵਾਂ ਨੂੰ, ਪਹਾੜਾਂ ਨੂੰ ਸਤਿਗੁਰਾਂ ਦੇ ਬਾਰੇ ਪੁੱਛਦਾ ਹੈ ਕਿ ਜੋ ਮੇਰੇ ਸਾਹਾਂ ਦਾ ਮਾਲਕ ਹੈ, ਜੋ ਮੇਰਾ ਗੁਰੂ ਪਰਮੇਸ਼ਰ ਹੈ, ਤੁਸੀਂ ਕਿਤੇ ਗੁਰੂ ਨਾਨਕ ਨੂੰ ਵੇਖਿਆ ਹੈ? ਪਰ ਕਿਤੋਂ ਇਸ ਸਵਾਲ ਦਾ ਜਵਾਬ ਮਿਲਦਾ ਨਹੀਂ। ਇੱਦਾਂ ਹੀ ਜੰਗਲ ਵਿੱਚ ਉੱਚੀ ਉੱਚੀ ਆਵਾਜ਼ਾਂ ਮਾਰਦਾ ਦੌੜਦਾ ਹੈ। ਕਵੀ ਜੀ ਕਹਿੰਦੇ ਸਾਰਾ ਹੀ ਸਰੀਰ ਪਸੀਨੇ ਨਾਲ ਭਿੱਜ ਚੁੱਕਿਆ ਹੈ ਤੇ ਜੋ ਮੁੱਖ ਹੈ ਵੈਰਾਗ ਦੇ ਹੰਝੂ ਅੱਖਾਂ ਰਾਹੀਂ ਬਾਹਰ ਆ ਰਹੇ ਨੇ ਤੇ ਸਾਰਾ ਮੁੱਖ ਵੀ ਭਿੱਜਿਆ ਹੈ। ਉੱਚੀ ਉੱਚੀ ਆਵਾਜ਼ਾਂ ਮਾਰਦਾ ਜਦੋਂ ਕੁਝ ਘੜੀਆਂ ਬਤੀਤ ਹੋਈਆਂ ਨੇ ਜੰਗਲ ਵਿੱਚ ਲੰਘਦੇ ਨੂੰ, ਪਰ ਮਹਾਰਾਜ ਕਿਤੇ ਨਜ਼ਰ ਨਹੀਂ ਆਏ। ਫਿਰ ਆਪਣੀ ਸੁਧ ਬੁੱਧ ਖੋ ਬੈਠਾ ਹੈ। ਬੇਹੋਸ਼ ਹੋ ਕਰਕੇ ਬੁੱਧੇ ਨੂੰ ਜਦੋਂ ਧਰਤੀ ਤੇ ਡਿੱਗਿਆ ਹੈ, ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਰਾਜੇ ਸ਼ਿਵਨਾਮ ਦੀ ਸ਼ਰਧਾ ਭਾਵਨਾ ਨੂੰ ਵੇਖਦੇ ਹੋਏ ਮਹਾਰਾਜ ਪ੍ਰਗਟ ਹੋਏ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੇ ਰਾਜੇ ਸ਼ਿਵਨਾਮ ਦਾ ਆਪਣੇ ਪੱਲੇ ਦੇ ਨਾਲ ਮੁਖ ਸਾਫ਼ ਕੀਤਾ ਹੈ। ਆਪਣੇ ਹੱਥੀਂ ਜਦੋਂ ਜਲ ਛਕਾਇਆ ਹੈ ਤੇ ਰਾਜੇ ਸ਼ਿਵਨਾਮ ਨੂੰ ਸੁਰਤ ਆਈ। ਮਹਾਰਾਜ ਜੀ ਦੇ ਮੂਹਰੇ ਹੱਥ ਜੋੜ ਕਰਕੇ ਨਮਸਕਾਰ ਕੀਤੀ ਹੈ। ਕਹਿਣ ਲੱਗਾ ਹੈ, ਸਤਿਗੁਰੂ ਜੀ ਆਪ ਜੀ ਬਿਨਾਂ ਦੱਸੇ ਕਿੱਥੇ ਚਲੇ ਗਏ ਸੀ? ਜਿੱਦਾਂ ਆਪ ਜੀਆਂ ਨੇ ਕਿਹਾ ਸੀ ਕਿ ਘਰ ਦੇ ਅੰਦਰ ਧਰਮਸ਼ਾਲਾ ਪ੍ਰਗਟ ਕਰੋ, ਮੈਂ ਸਾਰਾ ਕੁਝ ਉੱਦਾਂ ਹੀ ਕੀਤਾ ਹੈ। ਹੁਣ ਆਪ ਜੀਆਂ ਨੂੰ ਲੈ ਕੇ ਜਾਣਾ ਪੈਂਦਾ ਹੈ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਰਾਜੇ ਸ਼ਿਵਨਾਮ ਨੂੰ ਵੇਖ ਕੇ ਮੁਸਕਾਏ ਨੇ। ਮਹਾਰਾਜ ਉਹਦੀ ਸ਼ਰਧਾ ਭਾਵਨਾ ਵੇਖਦੇ ਹੋਏ ਰਾਜੇ ਸ਼ਿਵਨਾਮ ਦੇ ਨਾਲ ਚੱਲ ਕੇ ਉਹਦੇ ਗ੍ਰਹਿ ਵਿਖੇ ਗਏ ਨੇ, ਘਰ ਗਏ ਨੇ। ਜੋ ਸੁੰਦਰ ਪਲੰਗ ਸੁੰਦਰ ਵਿਛਾਈ ਵਾਲਾ ਉਸ ਦਰਬਾਰ ਅੰਦਰ ਨਿਭਾਇਆ ਸੀ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਜਾ ਕੇ ਉੱਥੇ ਬਿਰਾਜੇ ਨੇ। ਸਾਰੇ ਹੀ ਨਗਰ ਦੇ ਵਿੱਚ ਖੁਸ਼ੀ ਦੀ ਲਹਿਰ ਦੌੜੀ ਹੈ। ਜਿੱਥੇ ਜਿੱਥੇ ਪਤਾ ਲੱਗਦਾ ਹੈ ਉੱਥੋਂ ਉੱਥੋਂ ਲੋਕ ਚੱਲ ਕੇ ਆਉਂਦੇ ਨੇ, ਸਤਿਗੁਰਾਂ ਨੂੰ ਨਮਸਕਾਰ ਕਰਦੇ ਨੇ, ਸੁੱਖ ਪਾਉਂਦੇ ਨੇ। ਜਿੰਨੀ ਜਿਸ ਦੀ ਸਮਰੱਥਾ ਹੈ, ਸਮਰੱਥਾ ਅਨੁਸਾਰ ਗੁਰੂ ਨਾਨਕ ਦੇਵ ਜੀਆਂ ਨੂੰ ਕੋਈ ਨਾ ਕੋਈ ਵਸਤੂ ਭੇਟਾ ਕਰ ਰਿਹਾ ਹੈ। ਬਹੁਤੇ ਸੁੱਖ ਸਾਰਾ ਹੀ ਨਗਰ ਪ੍ਰਾਪਤ ਕਰ ਰਿਹਾ ਹੈ। ਰਾਜਾ ਸ਼ਿਵਨਾਮ ਆਪਣੇ ਘਰ ਵਾਲੀ ਹੈ ਜੋ ਬਲਰਾਣੀ ਹੈ, ਚੰਦ ਕਲਾ ਉਸ ਨੂੰ ਨਾਲ ਲੈ ਕਰਕੇ ਹੱਥ ਦੇ ਵਿੱਚ ਸੋਨੇ ਦਾ ਥਾਲ ਫੜਿਆ ਹੈ, ਜਿਸ ਦੇ ਵਿੱਚ 4 ਮੁੱਖਾਂ ਵਾਲੇ ਦੀਵੇ ਜਗਾਏ ਨੇ। ਆ ਕਰਕੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਦੇ ਸਾਹਮਣੇ ਦੋਨੇ ਹੀ ਪਤੀ ਅਤੇ ਪਤਨੀ ਨੇ ਸਤਿਗੁਰਾਂ ਦੀ ਪੂਜਾ ਕਰਨੀ ਕੀਤੀ ਹੈ। 16 ਤਰ੍ਹਾਂ ਦੀ ਕਵੀ ਜੀ ਕਹਿੰਦੇ ਪੂਜਾ ਹੋਈ ਹੈ। ਚੰਦਨ ਦਾ ਛਿੜਕਾਅ ਹੋਇਆ ਹੈ, ਫੁੱਲਾਂ ਦੀ ਵਰਖਾ ਹੋਈ ਹੈ। ਸਤਿਗੁਰਾਂ ਦੀ ਵਡਿਆਈਆਂ ਦੇ ਗੀਤ ਗਾ ਰਹੇ ਨੇ। ਚਾਰੇ ਪਾਸੇ ਧੰਨ ਗੁਰੂ ਨਾਨਕ ਦੀਆਂ ਜੈ ਜੈਕਾਰ ਦੀਆਂ ਧੁਨੀਆਂ ਉੱਠ ਰਹੀਆਂ ਨੇ। ਹੱਥ ਜੋੜੇ ਨੇ ਰਾਜੇ ਸ਼ਿਵਨਾਮ ਨੇ। ਕਹਿਣ ਲੱਗਾ, ਮਹਾਰਾਜ ਮੇਰੇ ਉੱਪਰ ਕਿਰਪਾ ਕਰੋ। ਜਿਹੜੇ ਇਹ ਸੰਸਾਰ ਦੇ ਕਲੇਸ਼ ਹਨ ਨਾ, ਜਨਮ ਮਰਨ ਦੇ ਜੋ ਕਲੇਸ਼ ਹਨ, ਕਿਰਪਾ ਕਰਕੇ ਮੇਰੇ ਇਹ ਨਾਸ਼ ਕਰ ਦੇਵੋ। ਇਹਨਾਂ ਵਿੱਚੋਂ ਮੈਨੂੰ ਕੱਢ ਲਵੋ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਰਾਜਾ ਸ਼ਿਵਨਾਮ
ਸੰਸਾਰ ਦੀਆਂ ਕਲੇਸ਼ਾਂ ਨੂੰ ਨਾਸ਼ ਕਰਨ ਦਾ ਇੱਕੋ ਹੀ ਤਰੀਕਾ ਹੈ, ਪਰਮੇਸ਼ਰ ਦਾ ਨਾਮ ਜਪ ਜਪ ਕੇ ਮਨੁੱਖ ਆਪਣੇ ਮਨ ਨੂੰ ਨਿਰਮਲ ਕਰ ਲਵੇ, ਉਹਦੇ ਵਿੱਚੋਂ ਵਿਕਾਰਾਂ ਦੀ ਗੰਦਗੀ ਧੋ ਦੇਵੇ, ਫਿਰ ਹੀ ਉਹ ਪਰਮੇਸ਼ਰ ਦੀ ਸ਼ਰਨ ਨੂੰ ਪ੍ਰਾਪਤ ਹੁੰਦਾ ਹੈ, ਮੁਕਤੀ ਪ੍ਰਾਪਤ ਹੁੰਦੀ ਹੈ। ਮਹਾਰਾਜ, ਇਹ ਮੁਕਤੀ ਪ੍ਰਾਪਤ ਕਿਵੇਂ ਹੋਵੇਗੀ, ਮੈਨੂੰ ਵਿਸਥਾਰ ਦੇ ਨਾਲ ਦੱਸਣਾ ਕਰੋ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਭਾਈ ਇਹ ਦੋ ਪ੍ਰਕਾਰ ਦੀ ਹੁੰਦੀ ਹੈ। ਇੱਕ ਤਾਂ ਭਗਤ ਯੋਗ ਹੁੰਦਾ ਹੈ, ਇੱਕ ਕਸ਼ਟ ਯੋਗ ਹੁੰਦਾ ਹੈ। ਤੇ ਤੈਨੂੰ ਸਭ ਤੋਂ ਪਹਿਲਾਂ ਮੈਂ ਕਸ਼ਟ ਯੋਗ ਬਾਰੇ ਦੱਸਦਾ ਹਾਂ। ਇਸ ਦੇ 8 ਅੰਗ ਹੁੰਦੇ ਨੇ ਤੇ ਇਹ 8 ਤਰੀਕਿਆਂ ਦਾ ਹੁੰਦਾ ਹੈ। ਤੇ ਇਹਦੇ ਵਿੱਚ ਜੋ ਸਭ ਤੋਂ ਪਹਿਲਾਂ ਜਮ ਹੈ, ਨੇਮ ਹੈ, ਇਕਾਂਤ ਦੇਸ਼ ਹੈ, ਆਸਨ ਹੈ, ਪ੍ਰਾਣਾਯਾਮ ਹੈ, ਧਿਆਨ ਹੈ, ਧਾਰਨਾ ਹੈ ਅਤੇ 8ਵਾਂ ਜੋ ਹੈ ਉਹ ਸਮਾਧੀ ਲਾਉਣਾ ਹੈ। ਜਿਹੜੇ ਵੀ ਇਹਨਾਂ 8 ਦੇ ਧਾਰਨੀ ਹੋ ਕਰਕੇ ਐਸਾ ਤਪ ਕਰ ਲੈਂਦੇ ਨੇ, ਮਹਾਰਾਜ ਕਹਿੰਦੇ ਉਹ ਮੁਕਤੀ ਨੂੰ ਪ੍ਰਾਪਤੀ ਹੁੰਦੀ ਹੈ ਉਹਨਾਂ ਦੀ। ਪ੍ਰਥਮੇ 10 ਪ੍ਰਕਾਰ। ਪਹਿਲਾਂ ਮੈਂ ਤੈਨੂੰ ਜਮ ਬਾਰੇ ਦੱਸਦਾ ਹਾਂ। ਇਹ 10 ਪ੍ਰਕਾਰਾਂ ਦਾ ਹੁੰਦਾ ਹੈ। ਇਹਦੇ ਕੀ ਕੀ ਲੱਛਣ ਹੁੰਦੇ ਨੇ, ਇਹ ਤੈਨੂੰ ਸਾਰਾ ਹੀ ਮੈਂ ਵਿਸਥਾਰ ਦੇ ਨਾਲ ਦੱਸਦਾ। ਇੱਥੋਂ ਤੱਕ ਸੰਗਤ ਜੀ ਕੱਲ੍ਹ ਦੀਆਂ ਕਥਾ ਵਿਚਾਰਾਂ ਆਈਆਂ ਸਨ। ਜੋ ਆਉਣ ਵਾਲਾ ਗੁਰ ਇਤਿਹਾਸ ਹੈ, ਕਿਵੇਂ ਮਹਾਰਾਜ ਉਸ ਨੂੰ ਇਹਨਾਂ ਕਸ਼ਟ ਯੋਗ ਅਤੇ ਭਗਤ ਯੋਗ ਤੋਂ ਜਾਣੂ ਕਰਵਾਉਂਦੇ ਨੇ। ਸ਼ਰਧਾ ਭਾਵਨਾ ਅਨੁਸਾਰ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਆਉਣ ਵਾਲਾ ਇਤਿਹਾਸ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਏਕ ਅਹਿੰਸਾ ਜਾਣਾਏ। ਮਹਾਰਾਜ ਕਹਿਣ ਲੱਗੇ, ਰਾਜਾ ਸ਼ਿਵਨਾਗ, ਪਹਿਲਾਂ ਤੈਨੂੰ ਕਸ਼ਟ ਯੋਗ ਬਾਰੇ ਦੱਸਦੇ ਹਾਂ। ਇਹਦੇ ਵਿੱਚ ਜੋ ਜਮ ਹੈ ਨਾ, ਇਹਦਾ ਇੱਕ ਹਿੱਸਾ 8 ਦੇ ਵਿੱਚੋਂ, ਤੇ ਜਿਹੜਾ ਜਮ ਹੈ ਇਹ 10 ਪ੍ਰਕਾਰਾਂ ਦਾ ਹੁੰਦਾ ਹੈ। ਕਹਿੰਦੇ ਸਭ ਤੋਂ ਪਹਿਲਾਂ ਇਹਦੇ ਵਿੱਚ ਅਹਿੰਸਾ ਹੈ ਕਿ ਜੀਵ ਹੱਤਿਆ ਨਹੀਂ ਕਰਨੀ ਚਾਹੀਦੀ, ਕਿਸੇ ਨੂੰ ਵੀ ਮਾਰਨਾ ਨਹੀਂ ਚਾਹੀਦਾ। ਇਹ ਤੂੰ ਜਾਣਨਾ ਕਰ। ਮਨ ਬਚ ਕਾਇਆ ਤੀਨ। ਇਹ 3 ਪ੍ਰਕਾਰ ਦਾ ਹੈ, ਮਨ ਕਰਕੇ, ਬਾਣੀ ਕਰਕੇ ਅਤੇ ਸਰੀਰ ਕਰਕੇ। ਪਰ ਕੋ ਬੁਰਾ ਅਤੇ ਚਿਤ ਬਨਾ। ਮਹਾਰਾਜ ਕਹਿੰਦੇ ਪਹਿਲੀ ਹਿੰਸਾ ਹੈ ਮਨ ਕਰਕੇ। ਜੋ ਲੋਕ ਮਨ ਕਰਕੇ ਕਿਸੇ ਦਾ ਬੁਰਾ ਸੋਚਦੇ ਨੇ, ਮੁਖ ਤੇ ਮਿੱਠੇ ਰਹਿੰਦੇ ਨੇ, ਤੇ ਮਨ ਕਰਕੇ ਮਨ ਦੇ ਅੰਦਰ ਘਾੜਤਾਂ ਘਟਦੇ ਰਹਿੰਦੇ ਨੇ ਕਿਸੇ ਦਾ ਬੁਰਾ ਕਰਨ ਦਾ। ਕਹਿੰਦੇ ਇਹ ਮਨ ਕਰਕੇ ਕਿਸੇ ਦਾ ਕਤਲ ਕਰਨ ਦੇ ਬਰਾਬਰ ਹੈ। ਮਨ ਕੀ ਹਿੰਸਾ ਚੀਨ। ਕਹਿੰਦੇ ਇਹ ਮਨ ਦੀ ਹਿੰਸਾ ਜਾਣ ਲੈ। ਇਹ ਮਨ ਕਰਕੇ ਜੋ ਲੋਕ ਕਿਸੇ ਦਾ ਬੁਰਾ ਕਰਦੇ ਨੇ, ਮਾਨੋ ਉਹ ਕੋਈ ਜੀਵ ਮਾਰ ਰਹੇ ਹੋਣ, ਕੋਈ ਇਨਸਾਨ ਦਾ ਕਤਲ ਕਰ ਰਹੇ ਹੋਣ। ਚੌਪਈ ਪਿੱਕਾ ਕੋਲ ਦਿਖਾਏ ਅਨਾਵੇ। ਮਹਾਰਾਜ ਕਹਿੰਦੇ ਜੋ ਦੂਜਾ ਹੈ, ਪਹਿਲਾ ਮਨ ਕਰਕੇ ਹੈ, ਦੂਜਾ ਬੋਲੀ ਕਰਕੇ ਹੈ। ਕਹਿੰਦੇ ਫਿੱਕਾ ਹੀ ਬੋਲੀ ਜਾਣਾ, ਭੈੜਾ ਹੀ ਬੋਲੀ ਜਾਣਾ। ਫਿੱਕਾ ਬੋਲ ਦਿਖਾਏ ਹਨਾਵੇ। ਕਹਿੰਦੇ ਫਿੱਕਾ ਬੋਲ ਕਰਕੇ ਕਿਸੇ ਨੂੰ ਦੁਖੀ ਕਰ ਦੇਣਾ, ਭੈੜਾ ਬੋਲ ਕਰਕੇ ਕਿਸੇ ਦੀਆਂ ਖੁਸ਼ੀਆਂ ਨੂੰ ਨਾਸ਼ ਕਰ ਦੇਣਾ, ਉਹਨੂੰ ਦੁਖੀ ਕਰ ਦੇਣਾ। ਹਿੰਸਾ ਬਚਨ ਕੀ ਕਹਿਲਾਵੇ। ਇਹ ਦੂਜੀ ਹਿੰਸਾ, ਦੂਜਾ ਕਤਲ ਮਨੁੱਖ ਹੈ ਜੋ ਆਪਣੀ ਬੋਲੀ ਕਰਕੇ, ਆਪਣੀ ਬਾਣੀ ਕਰਕੇ ਕਰਦਾ ਹੈ। ਤੀਜੀ ਮਾਰਨ ਜੀਵਨ ਕੇਰੀ। ਕਹਿੰਦੇ ਤੀਜੀ ਤਾਂ ਫਿਰ ਹੈ ਕਿਸੇ ਨੂੰ ਮਾਰ ਦੇਣਾ ਸਰੀਰ ਕਰਕੇ। ਇਹ ਤਾਂ ਪ੍ਰਤੱਖ ਹੀ ਹੈ। ਸਰੀਰ ਕਰਕੇ ਕਿਸੇ ਮੱਛੀ ਨੂੰ, ਮੁਰਗੇ ਨੂੰ, ਬੱਕਰੇ ਨੂੰ ਜਾਂ ਕਿਸੇ ਇਨਸਾਨ ਨੂੰ ਮਾਰ ਦੇਣਾ। ਤਿਆਗੇ ਇਨਕੋ ਹਵੇ ਬਿਨ ਦੇਰੀ। ਮਹਾਰਾਜ ਕਹਿੰਦੇ ਬਿਨਾਂ ਦੇਰੀ ਤੋਂ ਇਹਨਾਂ ਨੂੰ ਤਿਆਗ ਦੇਣਾ ਚਾਹੀਦਾ, ਦੇਰੀ ਨਹੀਂ ਕਰਨੀ ਚਾਹੀਦੀ। ਸੰਗਤ ਜੀ ਇੱਥੇ ਦੂਜਾ ਸਵਾਲ ਵੀ ਉੱਠਦਾ ਹੈ, ਕਦੇ ਵੀ ਭਰਮ ਵਿੱਚ ਨਹੀਂ ਪੈਣਾ ਕਿ ਮਨ ਕਰਕੇ ਕਿਸੇ ਦਾ ਮਾੜਾ ਬਿਲਕੁਲ ਨਹੀਂ ਕਰਨਾ ਚਾਹੀਦਾ, ਬਿਲਕੁਲ ਨਹੀਂ ਕਰਨਾ ਚਾਹੀਦਾ। ਬੋਲੀ ਕਰਕੇ ਕਿਸੇ ਦਾ ਦਿਲ ਨਹੀਂ ਦਿਖਾਉਣਾ ਚਾਹੀਦਾ, ਬਿਲਕੁਲ ਨਹੀਂ ਦਿਖਾਉਣਾ ਚਾਹੀਦਾ। ਪਰ ਜੋ ਸਰੀਰ ਕਰਕੇ ਕਿਸੇ ਨੂੰ ਮਾਰਨਾ ਹੈ, ਇਹ ਹਿੰਸਾ ਵੀ ਕਹਾਉਂਦਾ ਹੈ ਤੇ ਇਹ ਹਿੰਸਾ ਵੀ ਕਹਾਉਂਦਾ ਹੈ।
ਜੇਕਰ ਕਿਸੇ ਨੂੰ ਜਰ ਜੋਰੂ ਤੇ ਜ਼ਮੀਨ ਦੀ ਖਾਤਰ ਕਿਸੇ ਨੂੰ ਮਾਰ ਦਿੱਤਾ ਜਾਵੇ, ਉਹ ਹਿੰਸਾ ਕਹਾਉਂਦਾ ਹੈ, ਕਤਲ ਕਹਾਉਂਦਾ ਹੈ। ਪਰ ਜੇ ਕਿਸੇ ਜੋ ਧਰਮ ਦੇ ਖਿਲਾਫ ਹਨ ਲੋਕ, ਜੋ ਧਰਮ ਨੂੰ ਠੇਸ ਪਹੁੰਚਾਉਂਦੇ ਨੇ, ਬੇਅਦਬੀਆਂ ਕਰਦੇ ਨੇ ਜਾਂ ਇੱਜ਼ਤਾਂ ਲੁੱਟਦੇ ਨੇ, ਉਹਨਾਂ ਨੂੰ ਮਾਰਨ ਦੇ ਵਿੱਚ ਢਿੱਲ ਵੀ ਨਹੀਂ ਕਰਨੀ ਚਾਹੀਦੀ। ਕਿਉਂਕਿ ਜਿਸ ਸਮੇਂ ਭਗਵਾਨ ਸ਼੍ਰੀ ਕ੍ਰਿਸ਼ਨ ਜੀਆਂ ਨੇ ਅਰਜਨ ਨੂੰ ਕਿਹਾ ਹੈ ਨਾ, ਅਰਜਨ ਦਿੱਲੀ ਦਾ ਦੁਰਯੋਧਨ ਚੜ੍ਹ ਕੇ ਆ ਰਿਹਾ ਹੈ ਤੇ ਤਿਆਰੀ ਕਰ, ਆਪਾਂ ਉਹਨਾਂ ਨਾਲ ਜੰਗ ਕਰਾਂਗੇ। ਅਰਜਨ ਕਹਿਣ ਲੱਗਾ, ਮਹਾਰਾਜ ਸ਼੍ਰੀ ਕ੍ਰਿਸ਼ਨ ਜੀ, ਦੁਰਯੋਧਨ ਕਿਹੜਾ ਕੋਈ ਪਰਾਇਆ ਹੈ, ਮੇਰਾ ਆਪਣਾ ਹੈ। ਮੇਰੇ ਚਚੇਰੇ ਭਰਾ ਨੇ, ਉਹਦੇ ਵਿੱਚ ਮੇਰੇ ਦਾਦੇ ਪੜਦਾਦੇ ਆ ਰਹੇ ਨੇ ਤੇ ਆਪਣਿਆਂ ਨੂੰ ਮਾਰਨਾ ਤੇ ਸਭ ਤੋਂ ਵੱਡਾ ਪਾਪ ਹੈ। ਭਗਵਾਨ ਸ਼੍ਰੀ ਕ੍ਰਿਸ਼ਨ ਕਹਿਣ ਲੱਗੇ, ਅਰਜਨ ਵੇਖ, ਜੇਕਰ ਸਰੀਰ ਦੇ ਉੱਪਰ ਕੋਈ ਜ਼ਖਮ ਹੋ ਜਾਵੇ, ਫੋੜਾ ਹੋ ਜਾਵੇ, ਜਿਸ ਫੋੜੇ ਦੇ ਕਾਰਨ ਕਿਸੇ ਦੀ ਮੌਤ ਹੋਣ ਵਾਲੀ ਹੋਵੇ, ਤੇ ਤੂੰ ਦੱਸ, ਐਸੇ ਜ਼ਖਮ ਨੂੰ, ਐਸੇ ਫੋੜੇ ਨੂੰ ਤੂੰ ਪਾਲੇਗਾ ਜਾਂ ਨਾਸ਼ ਕਰ ਦੇਵੇਗਾ? ਕਹਿਣ ਲੱਗਾ, ਮਹਾਰਾਜ ਇਹ ਤਾਂ ਕੋਈ ਲੁਕੀ ਛਿਪੀ ਗੱਲ ਨਹੀਂ। ਜੇਕਰ ਕਿਸੇ ਇੱਕ ਅੰਗ ਦੇ ਕਰਕੇ ਸਾਰਾ ਸਰੀਰ ਹੀ ਮੌਤ ਦੇ ਘਾਟ ਉਤਰਦਾ ਹੋਵੇ ਤੇ ਉਸ ਅੰਗ ਨੂੰ ਵੱਢ ਦੇਣਾ ਚਾਹੀਦਾ ਹੈ, ਉਸ ਫੋੜੇ ਨੂੰ ਨਾਸ਼ ਕਰ ਦੇਣਾ ਚਾਹੀਦਾ। ਭਗਵਾਨ ਸ਼੍ਰੀ ਕ੍ਰਿਸ਼ਨ ਜੀ ਕਹਿਣ ਲੱਗੇ, ਅਰਜਨ ਫਿਰ ਵੇਖ, ਇਹ ਤੇਰੀ ਕੁਲ ਵਿੱਚ, ਤੇਰੇ ਪਰਿਵਾਰ ਵਿੱਚ ਜੋ ਦੁਰਯੋਧਨ ਪੈਦਾ ਹੋਇਆ ਹੈ ਨਾ, ਇਹਦਾ ਸਰੀਰ ਤੇ ਹੋਏ ਫੋੜੇ ਵਰਗਾ ਹੈ। ਜੇਕਰ ਇਸ ਨੂੰ ਪਾਲੇਗਾ ਤੇ ਇਹਨੇ ਤੈਨੂੰ ਬਖਸ਼ਣਾ ਨਹੀਂ, ਪਰ ਜੇਕਰ ਇਸ ਨੂੰ ਕੱਟ ਦੇਵੇਗਾ, ਮਾਰ ਦੇਵੇਗਾ, ਤੇ ਇਹਦੇ ਵਿੱਚ ਕੋਈ ਪਾਪ ਵੀ ਨਹੀਂ। ਭਾਵ ਕਿਸੇ ਨੂੰ ਜਰ ਜੋਰੂ ਤੇ ਜ਼ਮੀਨ ਦੀ ਖਾਤਰ ਮਾਰ ਦੇਣਾ, ਆਪਣੇ ਲਾਭ ਦੀ ਖਾਤਰ, ਫਾਇਦੇ ਦੀ ਖਾਤਰ ਮਾਰ ਦੇਣਾ, ਉਹ ਪਾਪ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਨੇ 14 ਜੰਗਾਂ ਲੜੀਆਂ ਨੇ। ਸਾਰੀਆਂ ਹੀ ਇਸ ਹਿੰਦੁਸਤਾਨ ਦੀ ਸੰਸਕ੍ਰਿਤੀ ਨੂੰ ਬਚਾਉਣ ਵਾਸਤੇ ਹੋਈਆਂ, ਜ਼ੁਲਮ ਦੇ ਖਿਲਾਫ ਹੋਈਆਂ ਨੇ, ਦੱਬੇ ਕੁਚਲਿਆਂ ਲੋਕਾਂ ਨੂੰ ਉੱਪਰ ਚੁੱਕਣ ਵਾਸਤੇ ਹੋਈਆਂ ਨੇ। ਜਰ ਭਾਵ ਮਾਇਆ ਦੀ ਖਾਤਰ, ਜੋਰੂ ਭਾਵ ਔਰਤ ਦੀ ਖਾਤਰ, ਜ਼ਮੀਨ ਜਾਇਦਾਦ ਦੀ ਖਾਤਰ ਐਸਾ ਕਤਲ ਹੋ ਜਾਣਾ, ਉਹ ਪਾਪ ਕਹਾਉਂਦਾ ਹੈ। ਪਰ ਕਿਸੇ ਅਧਰਮੀ ਨੂੰ ਮਾਰ ਦੇਣਾ, ਬੇਅਦਬੀ ਕਰਨ ਵਾਲੇ ਨੂੰ ਮਾਰ ਦੇਣਾ, ਇਹ ਕੋਈ ਪਾਪ ਨਹੀਂ ਕਹਾਉਂਦਾ। ਇਸ ਲਈ ਇਸ ਪੰਕਤੀ ਦੇ ਭਰਮ ਵਿੱਚ ਨਹੀਂ ਪੈਣਾ ਕਿ ਹਿੰਸਾ ਨਹੀਂ ਕਰਨੀ ਚਾਹੀਦੀ, ਹਿੰਸਾ ਨਹੀਂ ਕਰਨੀ ਚਾਹੀਦੀ। ਹਮੇਸ਼ਾ ਹਿੰਸਾ ਹੀ ਬਣ ਕੇ ਰਹਿਣਾ ਚਾਹੀਦਾ। ਸਮਾਂ ਵਿਚਾਰਨਾ ਚਾਹੀਦਾ ਹੈ। ਜਦੋਂ ਇੱਜ਼ਤ ਦੇ ਉੱਪਰ ਆਣ ਬਣੇ, ਪੱਗ ਦੇ ਉੱਪਰ ਆਣ ਬਣੇ, ਫਿਰ ਕਿਸੇ ਨੂੰ ਮੌਤ ਘਾਟ ਉਤਾਰਨ ਦੀ ਖਾਤਰ ਸਤਿਗੁਰੂ ਜੀ ਕਹਿੰਦੇ ਢਿੱਲ ਵੀ ਨਹੀਂ ਕਰਨੀ ਚਾਹੀਦੀ। ਪਰ ਵੈਸੇ ਕਿਸੇ ਨੂੰ ਦੁਖੀ ਕਰੀ ਜਾਣਾ, ਕਿਸੇ ਜੀਵ ਨੂੰ ਆਪਣੇ ਜੀਵ ਦੀ ਖਾਤਰ ਮਾਰੀ ਜਾਣਾ, ਸਾਧ ਖਾਤਰ ਮਾਰੀ ਜਾਣਾ, ਇਹ ਹਿੰਸਾ ਕਹਾਉਂਦਾ ਹੈ। ਤੁਤੇ ਸੱਚ ਉਚਰਨ ਨਿਰਭੈ ਹੈ। ਮਹਾਰਾਜ ਕਹਿੰਦੇ ਇਹਦਾ ਦੂਸਰਾ ਅੰਗ ਹੈ ਜਮ ਦਾ, ਕਿ ਹਮੇਸ਼ਾ ਹੀ ਸੱਚ ਦੇ ਧਾਰਨੀ ਹੋਣਾ ਚਾਹੀਦਾ ਹੈ। ਕਬਹੂ ਕੂਰ ਨਾ ਕਹੇ ਬਿਦ ਕਹੈ। ਕਦੇ ਵੀ ਕਿਸੇ ਦੀ ਵਡਿਆਈ ਕਰਨ ਵਾਸਤੇ, ਕਦੇ ਵੀ ਕਿਸੇ ਦੀ ਉਪਮਾ ਕਰਨ ਵਾਸਤੇ ਝੂਠ ਨਹੀਂ ਬੋਲਣਾ ਚਾਹੀਦਾ, ਜਾਂ ਆਪਣੀ ਵਡਿਆਈ ਖਾਤਰ ਕਿਸੇ ਨੂੰ ਕੁਝ ਵੀ ਝੂਠ ਨਹੀਂ ਦੱਸਣਾ ਚਾਹੀਦਾ। ਹਮੇਸ਼ਾ ਸੱਚ ਦੇ ਧਾਰਨੀ ਹੋਣਾ ਚਾਹੀਦਾ ਹੈ। ਤੀਜੇ ਹੈ ਤਵੇ ਭਾਂਤ ਉਸ ਤੇਈ। ਕਹਿੰਦੇ ਜਿਹੜੀ ਤੀਜੀ ਹੈ ਉਹ ਵੀ ਇਸ ਪ੍ਰਕਾਰ ਜਾਣਨਾ ਕਰੋ। ਇੱਕ ਤਨ ਕੀ ਇੱਕ ਮਨ ਕੀ ਸੇਈ। ਕਹਿੰਦੇ ਇੱਕ ਮਨ ਕਰਕੇ ਅਤੇ ਇੱਕ ਸਰੀਰ ਕਰਕੇ ਹੁੰਦੀ ਹੈ। ਪਰ ਕੀ ਵਸਤ ਛੁਪਾਵਨ ਕਰਨੀ। ਕਹਿੰਦੇ ਜਿਹੜੀ ਚੋਰੀ ਹੈ ਨਾ, ਇਹ ਦੋ ਤਰ੍ਹਾਂ ਦੀ ਹੁੰਦੀ ਹੈ। ਇੱਕ ਮਨ ਕਰਕੇ ਹੁੰਦੀ ਹੈ, ਇੱਕ ਸਰੀਰ ਕਰਕੇ ਹੁੰਦੀ ਹੈ। ਕਵੀ ਜੀ ਕਹਿੰਦੇ ਸਰੀਰ ਕਰਕੇ ਕਿਸੇ ਦੀ ਕੋਈ ਚੀਜ਼ ਚੋਰੀ ਕਰ ਲੈਣੀ, ਲੁਕਾ ਲੈਣੀ, ਉਸ ਤੇਈ ਤਨ ਕੀ ਭਰਨੀ। ਇਹ ਤਾਂ ਸਰੀਰ ਦੀ ਚੋਰੀ ਮੰਨੀ ਜਾਂਦੀ ਹੈ ਜੋ ਹੱਥਾਂ ਨਾਲ ਕੀਤੀ ਜਾਵੇ। ਕਰਕੇ ਪਾਪ ਗੁਣ ਰਾਖ ਦੁਰਾਏ। ਪਾਪ ਕਰ ਲਵੇ ਪਰ ਮਨ ਦੇ ਵਿੱਚ ਲੁਕੋ ਕੇ ਰੱਖੇ, ਉਸ ਨੂੰ ਪ੍ਰਗਟ ਨਾ ਹੋਣ ਦੇਵੇ। ਇਹ ਮਨ ਕੀ ਚੋਰੀ ਕਹਿਲਾਏ। ਇਹ ਭਾਈ ਮਨ ਦੀ ਚੋਰੀ ਅਖਵਾਉਂਦੀ ਹੈ। ਇੱਕ ਚੋਰੀ ਸਰੀਰ ਕਰਕੇ ਹੁੰਦੀ ਹੈ, ਇੱਕ ਮਨ ਕਰਕੇ ਹੁੰਦੀ ਹੈ। ਜੋ ਹੱਥਾਂ ਨਾਲ ਕੀਤੀ ਜਾਵੇ ਉਹ ਸਰੀਰ ਦੀ ਚੋਰੀ ਹੈ,
ਤੇ ਜੋ ਚੋਰੀ ਕਰਕੇ ਲੁਕੋ ਲਈ ਜਾਵੇ, ਝੂਠ ਬੋਲ ਕੇ ਲੁਕੋ ਲਿਆ ਜਾਵੇ, ਉਸ ਨੂੰ ਮਨ ਦੀ ਚੋਰੀ ਕਿਹਾ ਜਾਂਦਾ ਹੈ। ਇਹਨਾਂ ਦਵੇ ਕਜਨ ਕ੍ਰਿਤੇ ਜਮ ਜਾਨੂ ਇਹਨਾਂ ਨੂੰ ਛੱਡ ਦੇਣਾ ਚਾਹੀਦਾ ਹੈ। ਐਸੇ ਪ੍ਰਕਾਰ ਗੁਰੂ ਨਾਨਕ ਦੇਵ ਜੀ ਰਾਜੇ ਸ਼ਿਵਨਾਮ ਨੂੰ ਸਮਝਾਉਂਦੇ ਨੇ। ਭੂਲ ਨ ਕਹੂੰ ਨ੍ਰੈਪਤ ਮਨ ਠਨ ਹੋ। ਇਹ ਰਾਜਾ ਇਹਨਾਂ ਚੀਜ਼ਾਂ ਦੇ ਭੁੱਲ ਕੇ ਵੀ ਕਦੇ ਧਾਰਨੀ ਨਹੀਂ ਹੋਣਾ ਚਾਹੀਦਾ। ਚੌਥੇ ਬ੍ਰਹਮਚਰਜ ਸੁਖ ਸਾਰੂ। ਜਿਹੜਾ ਚੌਥਾ ਹੈ ਨਾ ਸੁਖ ਦੇਣ ਵਾਲਾ ਬ੍ਰਹਮਚਰਜ ਹੈ, ਗ੍ਰਸਤੀ ਜੀਵਨ ਹੈ। ਨਿੰਦਰ ਕਾਮ ਅਸ਼ਟ ਪ੍ਰਕਾਰੂ। ਤੇ 8 ਪ੍ਰਕਾਰਾਂ ਦਾ ਜੋ ਕਾਮ ਸ਼ਕਤੀ 8 ਪ੍ਰਕਾਰਾਂ ਦੇ ਨਾਲ ਭੋਗੀ ਜਾਂਦੀ ਹੈ। ਜ਼ਰੂਰੀ ਨਹੀਂ ਕਿਸੇ ਨਾਲ ਬਲਾਤਕਾਰ ਕਰ ਦਿੱਤਾ, ਇਹੀ ਕਾਮ ਹੈ। 8 ਪ੍ਰਕਾਰ ਦੀ ਕਾਮ ਸ਼ਕਤੀ ਹੁੰਦੀ ਹੈ। ਮਹਾਰਾਜ ਕਹਿੰਦੇ ਰਾਜਾ ਸੁਣਨਾ ਕਰ। ਪ੍ਰਥਮੇ ਤ੍ਰੇ ਕੀ ਬਾਤੈ ਕਰਨੀ। ਕਹਿੰਦੇ ਪਹਿਲੀ ਜੋ ਕਾਮ ਸ਼ਕਤੀ ਹੈ, ਕਿਤੇ ਬੈਠ ਕਰਕੇ ਮੋੜ ਗਲੀ ਦੇ ਅੰਦਰ ਜਿੱਥੇ ਰਲ ਕੇ ਬੈਠੇ ਉੱਥੇ ਹੀ ਔਰਤਾਂ ਦੀਆਂ ਗੱਲਾਂ ਕਰੀ ਜਾਣੀ। ਜਾਂ ਕੋਈ ਸਕੂਲ ਕਾਲਜ ਨੂੰ ਕੋਲਦੀ ਕੋਈ ਧੀ ਭੈਣ ਲੰਘੇ, ਕੋਈ ਔਰਤ ਲੰਘੇ ਕਿਸੇ ਕੰਮ ਕਾਰ ਨੂੰ, ਉਹਨੂੰ ਵੇਖ ਕਰਕੇ ਉਹਦੀਆਂ ਗੱਲਾਂ ਸ਼ੁਰੂ ਕਰ ਦੇਣੀਆਂ। ਸਤਿਗੁਰੂ ਜੀ ਕਹਿੰਦੇ ਇਹ ਵੀ ਕਾਮ ਸ਼ਕਤੀ ਹੈ। ਦੂਜੇ ਸੁਣ ਸੁਣ ਮਨ ਮਹਿ ਧਰਨੀ। ਇਹ ਦੂਜੀ ਸ਼ਕਤੀ ਇਹ ਹੈ ਕਿ ਆਪਣੇ ਮੁਖੋਂ ਕੁਝ ਨਾ ਬੋਲਣਾ, ਅਗਲੇ ਦੀਆਂ ਸੁਣ ਸੁਣ ਕੇ ਜਿਹਨੂੰ ਸਵਾਦ ਲੈਣਾ ਕਹਿ ਦਿੰਦੇ ਨੇ। ਇਸੇ ਪ੍ਰਕਾਰ ਉਹਨਾਂ ਨੂੰ ਆਪਣੇ ਮਨ ਵਿੱਚ ਧਾਰਨ ਕਰੀ ਜਾਣਾ, ਆਪ ਕੋਈ ਸਵਾਲ ਜਵਾਬ ਨਾ ਕਰਨਾ। ਜੇਕਰ ਕੋਈ ਕਿਸੇ ਦੀ ਗੱਲ ਸੁਣਾਉਂਦਾ ਹੋਵੇ ਉਸ ਨੂੰ ਸੁਣ ਸੁਣ ਕੇ ਆਪਣੇ ਮਨ ਵਿੱਚ ਧਾਰਨ ਕਰੀ ਜਾਣਾ, ਇਹ ਵੀ ਕਾਮ ਸ਼ਕਤੀ ਹੈ। ਤੀਜੇ ਫੇਰ ਇਕਾਂਤ ਮਿਲ ਬੈਸਨ। ਤੀਸਰਾ ਪਰ ਇਸਤਰੀ ਦੇ ਨਾਲ ਇਕਾਂਤ ਜਗ੍ਹਾ ਤੇ ਬੈਠ ਕਰਕੇ ਬਚਨ ਬਿਲਾਸ ਕਰਨੇ। ਚੌਥੇ ਹੋਵਤ ਅੰਗ ਸਪਰਸਨ। ਤੇ ਚੌਥੇ ਅੰਗਾਂ ਦਾ ਸਪਰਸ਼ ਕਰਨਾ ਹੈ। ਪੰਚਮ ਹਿਤ ਕਰ ਦੇਖੈ ਤੇ ਤੇਗੋ। ਪੰਜਵਾਂ ਹੈ ਕਿ ਕਿਸੇ ਵੱਲ ਬੇਲੋੜਾ ਵੇਖੀ ਜਾਣਾ, ਕਾਮ ਦੇ ਵਸ ਹੋ ਕਰਕੇ ਇੱਕ ਪਾਸੇ ਹੀ ਝਾਕੀ ਜਾਣਾ, ਭਾਵੇਂ ਉਹ ਸਤਸੰਗਤ ਹੋਵੇ, ਭਾਵੇਂ ਸਕੂਲ ਕਾਲਜ ਹੋਵੇ, ਭਾਵੇਂ ਕੋਈ ਵੀ ਦੁਨਿਆਵੀ ਕਾਰਜ ਹੋਵੇ, ਜਿੱਥੇ ਵੀ ਇੱਕ ਪਾਸੇ ਨੂੰ ਹੀ ਵੇਖੀ ਜਾਣਾ। ਮਹਾਰਾਜ ਕਹਿੰਦੇ ਇਹ ਪੰਜਵਾਂ ਜੋ ਕਾਮ ਦਾ ਕਾਰਨ ਹੈ। ਛਠੇ ਅਲਿੰਗਨ ਕਰੈ ਕੀਸੋ। ਤੇ ਛੇਵਾਂ ਹੈ ਜੋ ਇਸੇ ਪ੍ਰਕਾਰ ਹੀ ਜੋ ਸਰੀਰ ਕਰਕੇ ਸਪਰਸ਼ ਕਰਨਾ ਹੈ। ਸਬਦ ਚਿਤਵਨ ਮਨ ਮਹਿ ਨਾਰੀ। ਤੇ ਸੱਤਵਾਂ ਹੈ ਜੋ ਬੈਠ ਕਰਕੇ ਗੁਰਬਾਣੀ ਪੜ੍ਹਦੇ ਸਮੇਂ ਜਾਂ ਕੋਈ ਕਾਰਜ ਕਰਦੇ ਸਮੇਂ ਆਪਣੇ ਚੇਤੇ ਦੇ ਵਿੱਚ ਕਿਸੇ ਪਰ ਇਸਤਰੀ ਨੂੰ ਹੀ ਚੇਤੇ ਕਰੀ ਜਾਣਾ, ਉਹਦੀ ਹੀ ਚਿਤਵਣੀ ਕਰੀ ਜਾਣੀ। ਮਹਾਰਾਜ ਕਹਿੰਦੇ ਇਹ ਸਤਵਾਂ ਹਿੱਸਾ ਹੈ। ਆਸਨ ਭੋਗ ਕਰਨ ਵਿਦਸਾਰੀ। ਜੋ 8ਵਾਂ ਹੈ ਨਾ ਅਖੀਰਲਾ ਹੈ, ਉਹ ਜੋ ਸਰੀਰ ਕਰਕੇ ਭੋਗ ਵਿਲਾਸ ਕੰਮ ਭੋਗਣਾ ਵਿਕਾਰ ਭੋਗਣੇ ਇਹ ਹੈ। ਸਭਿਨ ਕੋ ਤਿਆਗੇ ਤੇਈ। ਇਹ ਰਾਜਾ ਸ਼ਿਵਨਾਮ ਜੇ ਤੂੰ ਆਪਣੇ ਮਨ ਨੂੰ ਨਿਰਮਲ ਕਰਨਾ ਚਾਹਣਾ ਹੈ ਨਾ, ਮੁਕਤੀ ਚਾਹਣਾ ਹੈ, ਸੱਚਖੰਡ ਜਾਣਾ ਚਾਹਣਾ ਹੈ, ਤੇ ਇਹਨਾਂ ਨੂੰ ਆਪਣੇ ਹਿਰਦੇ ਵਿੱਚੋਂ ਜਿੰਨੀ ਛੇਤੀ ਹੋ ਸਕੇ ਤਿਆਗ ਦੇਣਾ ਚਾਹੀਦਾ ਹੈ। ਬ੍ਰਹਮਚਰਜ ਧਾਰਤ ਹੈ ਤੇਈ। ਤੇ ਉਹੀ ਮਨੁੱਖ ਬ੍ਰਹਮਚਰਜ ਦਾ ਧਾਰਨੀ ਹੁੰਦਾ ਹੈ। ਪੰਚਮ ਜਾਮ ਹੈ ਧੀਰਜ ਕਰਨੀ। ਤੇ ਪੰਜਵਾਂ ਜੋ ਜਮ ਦਾ ਹਿੱਸਾ ਹੈ, ਆਪਣੇ ਹਿਰਦੇ ਅੰਦਰ ਧੀਰਜ ਨੂੰ ਧਾਰਨ ਕਰਨਾ। ਦੁੱਖ ਸੁਖ ਸਦਾ ਸਹੇ ਮਮਤ ਸਮਧਾਨੀ। ਤੇ ਦੁੱਖ ਹੋਵੇ ਭਾਵੇਂ ਸੁੱਖ ਹੋਵੇ, ਧਰਤੀ ਵਰਗਾ ਸੁਭਾਅ ਰੱਖਣਾ ਚਾਹੀਦਾ ਹੈ। ਭਾਵੇਂ ਧਰਤੀ ਦੇ ਵਿੱਚ ਹਲ ਪਾ ਕਰਕੇ ਜਿੰਨੀ ਮਰਜ਼ੀ ਪੁੱਟੀ ਜਾਵੇ, ਭਾਵੇਂ ਸੁਹਾਗਾ ਫੇਰ ਉਹਨੂੰ ਪੱਧਰੀ ਕਰੀ ਜਾਵੇ, ਕਹਿੰਦੇ ਧਰਤੀ ਨੂੰ ਨਾ ਤਾਂ ਪੁੱਟਣ ਤੇ ਕੋਈ ਦੁੱਖ ਹੈ, ਰੋਸਾ ਹੈ, ਨਾ ਹੀ ਪਰ ਸੁਹਾਗਾ ਫਿਰਨ ਦੀ ਕੋਈ ਖੁਸ਼ੀ ਹੈ। ਇਸੇ ਪ੍ਰਕਾਰ ਦੁੱਖ ਅਤੇ ਸੁੱਖ ਵਿੱਚ ਜੋ ਸਮ ਬਰਾਬਰ ਰਹਿਣਾ ਚਾਹੀਦਾ ਹੈ। ਆਪਦ ਸੰਪਦ ਆਤਪ ਸੀਤਾ। ਭਾਵੇਂ ਜਿੰਨਾ ਮਰਜ਼ੀ ਪਦਾਰਥਾਂ ਦੀ ਪ੍ਰਾਪਤੀ ਹੋ ਜਾਵੇ, ਖੁਸ਼ੀ ਵਿੱਚ ਹੰਕਾਰੀ ਨਹੀਂ ਹੋਣਾ ਚਾਹੀਦਾ। ਭਾਵੇਂ ਸਭ ਕੁਝ ਹੀ ਨਾਸ਼ ਹੋ ਜਾਵੇ, ਲੁੱਟਿਆ ਪੁੱਟਿਆ ਜਾਵੇ, ਤੇ ਦੁੱਖਾਂ ਦੇ ਸਹਿਤ ਹੋ ਕਰਕੇ ਟੁੱਟਣਾ ਨਹੀਂ ਚਾਹੀਦਾ। ਜਿਵੇਂ ਧਰਤੀ ਜਿੰਨੀ ਮਰਜ਼ੀ ਧੁੱਪ ਪਈ ਜਾਵੇ, ਕਦੇ ਦੁੱਖ ਅਫਸੋਸ ਨਹੀਂ ਕੀਤਾ। ਜਿੰਨੀ ਮਰਜ਼ੀ ਧਰਤੀ ਉੱਪਰ ਠੰਡ ਪਈ ਜਾਵੇ ਤੇ ਉਹਨੇ ਕਦੇ ਖੁਸ਼ੀ ਨਹੀਂ ਮਨਾਈ। ਏਦਾਂ ਖੁਸ਼ੀ ਅਤੇ ਗਮੀ ਦੇ ਵਿੱਚ ਧੁੱਪ ਅਤੇ ਠੰਡ ਵਾਂਗ ਇੱਕੋ ਜਿਹਾ ਰਹਿਣਾ ਚਾਹੀਦਾ ਹੈ। ਵਿਕਲ ਨਾ ਹੋਏ ਡਲਾਵੇ ਚੀਤਾ। ਕਦੇ ਵੀ ਵਿਕਲ ਹੋ ਕਰਕੇ ਦੁਖੀ ਹੋ ਕਰਕੇ ਡੋਲਣਾ ਨਹੀਂ ਚਾਹੀਦਾ। ਕਸ਼ਟਮ ਜਮ ਹੈ ਖਿਮਾ ਸਹਾਈ। ਕਹਿੰਦੇ ਜਿਹੜਾ ਛੇਵਾਂ ਹਿੱਸਾ
ਹਿੱਸਾ ਹੈ ਜਮ ਦਾ, ਉਹ ਖਿਮਾ ਦੇ ਧਾਰਨੀ, ਨਿਮਰਤਾ ਦੇ ਧਾਰਨੀ ਹੋਣਾ ਹੈ। ਮਨ ਮਹਿ ਛੋਭ ਨਾ ਕਭੂ ਉਠਾਈ, ਤੇ ਮਨ ਦੇ ਵਿੱਚ ਕਦੇ ਵੀ ਇਹਨਾਂ ਨੂੰ ਲੈ ਕਰਕੇ ਇਸ਼ਾਵਾਂ ਨਹੀਂ ਉਠਾਉਣੀਆਂ ਚਾਹੀਦੀਆਂ। ਭਲਾ ਕੇ ਬੁਰਾ ਬਖਾਨੇ ਕੋਈ, ਕੋਈ ਭਾਵੇਂ ਭਲਾ ਕਹੀ ਜਾਵੇ, ਜਿੰਨੀ ਮਰਜ਼ੀ ਵਡਿਆਈ ਕਰੀ ਜਾਵੇ ਤੇ ਹੰਕਾਰੀ ਨਾ ਹੋਵੋ। ਕੋਈ ਜਿੰਨੀ ਮਰਜ਼ੀ ਭੰਡੀ ਕਰੀ ਜਾਵੇ, ਨਿੰਦਿਆ ਕਰੀ ਜਾਵੇ, ਬੁਰਾ ਭਲਾ ਕਹੀ ਜਾਵੇ ਤੇ ਉਹਨੂੰ ਵੇਖ ਕਰਕੇ ਸੁਣ ਕਰਕੇ ਕਦੇ ਵੀ ਦੁਖੀ ਨਾ ਹੋ। ਪਰ ਸੰਗਤ ਜੀ ਉਹਨਾਂ ਸਮਾਂ ਜਿੰਨਾ ਸਮਾਂ ਲੋਕ ਆਪਣੇ ਆਪ ਨੂੰ ਆਪਾਂ ਨੂੰ ਬੁਰਾ ਕਹਿੰਦੇ ਹੋਣ, ਪਰ ਜਦੋਂ ਗੁਰੂ ਦੇ ਬਣ ਆਵੇ, ਕੋਈ ਗੁਰੂ ਦੀ ਨਿੰਦਿਆ ਕਰੇ, ਗੁਰੂ ਤੇ ਉਂਗਲ ਚੁੱਕੇ, ਫਿਰ ਕਿਸੇ ਪ੍ਰਕਾਰ ਦੀ ਕੋਈ ਢਿੱਲ ਨਹੀਂ ਕਰਨੀ। ਸਹਿਨਸ਼ੀਲ ਮਨ ਸਭਤੇ ਹੋਏ, ਤੇ ਸਹਿਨਸ਼ੀਲਤਾ ਨੂੰ ਧਾਰਨ ਕਰਕੇ ਰੱਖਣਾ ਹੈ। ਜਦੋਂ ਤੱਕ ਇਸ ਮਿੱਟੀ, ਇਸ ਪੰਜ ਭੂਤਕ ਬਣੇ ਸਰੀਰ ਦੀ ਨਿੰਦਿਆ ਹੋ ਰਹੀ ਹੈ, ਇਹਦੀਆਂ ਵਡਿਆਈਆਂ ਜਾਂ ਨਿੰਦਿਆ ਹੋ ਰਹੀ ਹੈ ਨਾ, ਉਹਨਾਂ ਸਮਾਂ ਸਹਿਨਸ਼ੀਲਤਾ ਨੂੰ ਧਾਰਨ ਕਰਕੇ ਰੱਖਣਾ ਚਾਹੀਦਾ। ਪਰ ਜਦੋਂ ਗੁਰੂ ਦੇ ਬਣ ਆਵੇ, ਫਿਰ ਕੋਈ ਸਹਿਨਸ਼ੀਲਤਾ ਰੱਖਣ ਦਾ ਕੋਈ ਕੰਮ ਨਹੀਂ, ਕੋਈ ਇਹਦੇ ਵਿੱਚ ਕੋਈ ਵਡਿਆਈ ਨਹੀਂ ਹੁੰਦੀ। ਸਪਤਮ ਦੁਖੀ ਨਾ ਦੇਖੇ ਕਾਹੀ, ਤੇ ਜਿਹੜਾ ਇਹਦਾ ਸੱਤਵਾਂ ਹਿੱਸਾ ਹੈ ਮਹਾਰਾਜ, ਕਿਸੇ ਨੂੰ ਕਹਿੰਦੇ ਦੁਖੀ ਨਹੀਂ ਕਰਨਾ ਚਾਹੀਦਾ, ਕਿਸੇ ਦੁਖੀ ਨੂੰ ਵੇਖ ਕਰਕੇ ਖੁਸ਼ ਨਹੀਂ ਹੋਣਾ ਚਾਹੀਦਾ। ਦਇਆ ਕਰੇ ਸਭ ਸੋ ਨਿਰਬਾਹੀ, ਜਿੰਨੀ ਕੁ ਸਮਰੱਥਾ ਹੈ, ਜਿੰਨਾ ਕੁ ਕੋਲ ਗੁਜ਼ਾਰਾ ਹੈ, ਉਸੇ ਪ੍ਰਕਾਰ ਉਹਦੇ ਦੁੱਖ ਨੂੰ ਘਟਾਉਣ ਦੀ, ਦੂਰ ਕਰਨ ਦਾ ਉਪਰਾਲਾ ਕਰਨਾ ਚਾਹੀਦਾ ਹੈ। ਆਸਮ ਕੋਮਲ ਹਿਰਦਾ ਰੱਖੈ, ਤੇ ਆਤਮਾ ਮਹਾਰਾਜ ਕਹਿੰਦੇ ਆਪਣਾ ਹਿਰਦਾ ਹੈ ਨਾ, ਜੋ ਹਮੇਸ਼ਾ ਹੀ ਕੋਮਲ ਰੱਖਣਾ ਚਾਹੀਦਾ ਹੈ। ਹਮੇਸ਼ਾ ਹੀ ਆਪਣੇ ਹਿਰਦੇ ਅੰਦਰ ਨਿਮਰਤਾ ਰੱਖਣੀ ਚਾਹੀਦੀ ਹੈ। ਸੁਭ ਉਪਦੇਸ਼ ਸਭਨ ਸੋ ਭਾਖੈ, ਹਮੇਸ਼ਾ ਹੀ ਅਗਲੇ ਨੂੰ ਹੌਸਲਾ ਦੇਣਾ ਚਾਹੀਦਾ ਹੈ, ਸ਼ੁਭ ਉਪਦੇਸ਼ ਦੇਣਾ ਚਾਹੀਦਾ ਹੈ। ਉਹਦੀ ਕਮੀ ਵੇਖ ਕਰਕੇ ਵੀ ਉਹਨੂੰ ਚੰਗਾ ਉਪਦੇਸ਼ ਹੀ ਦੇਣਾ ਚਾਹੀਦਾ। ਉਹਦੇ ਗਲ ਨਹੀਂ ਪੈਣਾ ਚਾਹੀਦਾ, ਝਿੜਕਣਾ ਨਹੀਂ ਚਾਹੀਦਾ। ਉਹਨੂੰ ਸ਼ੁਭ ਉਪਦੇਸ਼ ਦੇ ਕਰਕੇ ਹਮੇਸ਼ਾ ਹੌਸਲਾ ਦੇਣਾ ਚਾਹੀਦਾ ਕਿ ਇਹ ਤੇਰੀ ਗਲਤੀ ਹੈ ਭਾਈ, ਇਸ ਨੂੰ ਸੁਧਾਰਨਾ ਕਰ, ਅੱਗੇ ਤੋਂ ਇਹ ਨਾ ਹੋਵੇ। ਇਸ ਪ੍ਰਕਾਰ ਬੱਚੇ ਤੋਂ ਲੈ ਕਰਕੇ ਵੱਡੇ ਤੱਕ ਹੌਸਲਾ ਦੇਣਾ ਚਾਹੀਦਾ ਹੈ। ਨੌਮੋ ਜਮ ਮਿਰਜਾਦ ਅਹਾਰਾ, ਤੇ ਨੌਵਾਂ ਜੋ ਜਮ ਹੈ, ਭਾਵ ਜਿਹੜਾ ਖਾਣਾ ਛਕਣ ਦਾ ਮਰਿਆਦਾ ਹੈ ਨਾ, ਭੋਜਨ ਛਕਣ ਦੀ ਮਰਿਆਦਾ ਹੈ। ਭਲਾ ਬੁਰਾ ਲਖ ਕਰੇ ਵਿਚਾਰਾ, ਇਹਦੇ ਭੋਜਨ ਛਕਣ ਤੋਂ ਪਹਿਲਾਂ ਉਹਦੇ ਫਾਇਦੇ ਅਤੇ ਔਗਣ ਚਿਤਾਰ ਲੈਣੇ ਚਾਹੀਦੇ ਨੇ। ਇਹ ਭੋਜਨ ਛਕਣ ਦੇ ਨਾਲ ਮੇਰੇ ਸਰੀਰ ਨੂੰ ਕਿੰਨਾ ਫਲ ਪ੍ਰਾਪਤ ਹੋਵੇਗਾ ਜਾਂ ਕਿੰਨਾ ਕਸ਼ਟ ਪ੍ਰਾਪਤ ਹੋਵੇਗਾ, ਇਹ ਪਹਿਲਾਂ ਹੀ ਚਿਤਾਰਨਾ ਚਾਹੀਦਾ ਹੈ। ਖਾਵਨ ਕੋ ਆਹਾਰ ਹੈ ਜੇਤੋ, ਮਹਾਰਾਜ ਕਹਿੰਦੇ ਜਿੰਨੀ ਵੀ ਸ਼ਕਲ ਛਕਾਉਣ ਦੀ ਇੱਛਾ ਹੋਵੇ, ਜਿੰਨੀ ਵੀ ਭੁੱਖ ਲੱਗੀ ਹੋਵੇ, ਚੌਥੇ ਭਾਗ ਖਾਏ ਕਮ ਤੇ ਤੋ, ਮਹਾਰਾਜ ਕਹਿੰਦੇ ਵੀ ਚੌਥੇ ਹਿੱਸੇ ਤੋਂ ਵੀ ਰਾਜਾ ਘੱਟ ਖਾਣਾ ਚਾਹੀਦਾ, ਫੇਰ ਹੀ ਸਮਾਧੀ ਲੱਗ ਸਕਦੀ ਹੈ, ਫੇਰ ਹੀ ਨਾਮ ਜਪਿਆ ਜਾ ਸਕਦਾ ਹੈ, ਫੇਰ ਹੀ ਸਹਿਜ ਪਾਠ ਹੋ ਸਕਦੇ ਨੇ। ਨਹੀਂ ਤਾਂ ਫਿਰ ਰੱਜ ਪੁੱਜ ਕੇ ਨੀਂਦ ਹੀ ਆਵੇਗੀ, ਲੱਤਾਂ ਹੀ ਸਿੱਧੀਆਂ ਹੋਣਗੀਆਂ। ਮਹਾਰਾਜ ਕਹਿੰਦੇ ਜਿੰਨੀ ਭੁੱਖ ਹੋਵੇ ਉਹ ਤੋਂ ਚੌਥਾ ਹਿੱਸਾ ਖਾਣਾ ਚਾਹੀਦਾ ਹੈ। ਦਸਮੋ ਜਮ ਸੋ ਸੋਚ ਲਖੀਜੈ, ਮਹਾਰਾਜ ਕਹਿੰਦੇ ਜਿਹੜਾ ਜਮ ਦਾ 10ਵਾਂ ਔਰ ਅਖੀਰਲਾ ਹਿੱਸਾ ਹੈ ਨਾ, ਸਤਿਗੁਰੂ ਜੀ ਕਹਿੰਦੇ ਆਪਣੇ ਆਪ ਨੂੰ ਹਮੇਸ਼ਾ ਹੀ ਪਵਿੱਤਰ ਰੱਖਣਾ ਚਾਹੀਦਾ ਹੈ, ਭਾਵ ਅੰਮ੍ਰਿਤ ਵੇਲੇ ਇਸ਼ਨਾਨ ਸਾਧਣਾ ਚਾਹੀਦਾ ਹੈ। ਜਲ ਮ੍ਰਿਤ ਕਾ ਇਸਨਾਨ ਕਰੀਜੈ, ਜੇਕਰ ਸਰੀਰ ਨੂੰ ਮਿੱਟੀ ਲੱਗ ਜਾਵੇ, ਮਹਾਰਾਜ ਕਹਿੰਦੇ ਇਸੇ ਪ੍ਰਕਾਰ ਪਵਿੱਤਰ ਹੋ ਜਾਣਾ ਚਾਹੀਦਾ ਹੈ ਇਸ਼ਨਾਨ ਕਰਕੇ। ਰਾਗ ਦਵੈਖ ਕੀ ਮਲ ਉਰਮਾਹੀ, ਇਸੇ ਪ੍ਰਕਾਰ ਜਿਵੇਂ ਸਰੀਰ ਦਾ ਇਸ਼ਨਾਨ ਜਲ ਦੇ ਨਾਲ ਕਰਦੇ ਹਾਂ, ਸਰੀਰ ਦੀ ਮਿੱਟੀ ਜੋ ਜਲ ਦੇ ਨਾਲ ਨਹਾ ਕਰਕੇ ਦੂਰ ਹੁੰਦੀ ਹੈ, ਇਵੇਂ ਹੀ ਜੋ ਮਨ ਨੂੰ ਰਾਗ ਔਰ ਦਵੈਕ ਦੀ ਮੈਲ ਲੱਗੀ ਹੈ, ਇਹਨੂੰ ਵੀ ਨਾਸ਼ ਕਰਨਾ ਚਾਹੀਦਾ ਹੈ ਬੰਦਗੀ ਸਿਮਰਨ ਕਰਕੇ। ਚੰਦਰ ਸੋਚ ਕਰਤ ਹੈ ਤਾਹੀ, ਇਸ ਪ੍ਰਕਾਰ ਫੇਰ ਹੀ ਬਾਹਰਲੀ ਸੋਚ ਪਵਿੱਤਰਤਾ ਦਾ ਫਾਇਦਾ ਹੈ, ਜੇਕਰ ਮਨੁੱਖ ਮਨ ਕਰਕੇ ਤਿਆਰ ਬਰ ਤਿਆਰ ਹੋਵੇਗਾ। ਜਮ ਦਸ ਇਸੀ ਪ੍ਰਕਾਰ ਅਲਾਏ, ਮਹਾਰਾਜ ਕਹਿੰਦੇ ਰਾਜਾ ਸ਼ਿਵਨਾਵ ਇਹ 10 ਪ੍ਰਕਾਰ ਜੋ ਜਮ ਦੇ ਹਿੱਸੇ ਸਨ। ਦਾਸ ਅਬ ਨੀਮ ਸੁਨ ਮਨ ਲਾਏ, ਇਸ ਪ੍ਰਕਾਰ ਹੁਣ ਅਗਲਾ ਜੋ ਨੇਮ ਆਉਂਦਾ ਹੈ, ਜੋ 8 ਪ੍ਰਕਾਰ ਹੈ, ਕਸ਼ਟ ਤਪ, ਇਸ ਪ੍ਰਕਾਰ ਇਹਦਾ ਜਿਹੜਾ ਦੂਜਾ ਹਿੱਸਾ ਹੈ, ਪਹਿਲਾ ਹੈ ਜਮ,
ਉਹਦੀਆਂ ਮੈਂ 10 ਦਿਸ਼ਾਵਾਂ ਦੱਸ ਦਿੱਤੀਆਂ ਨੇ। ਹੁਣ ਹੈ ਨੇਮ, ਇਹਦੇ ਬਾਰੇ ਜਾਣੋ ਜੀ। ਪ੍ਰਥਮੇ ਤਪ ਸੋ ਤੀਨ ਪ੍ਰਕਾਰ। ਮਹਾਰਾਜ ਕਹਿੰਦੇ ਜਿਹੜਾ ਨਿਯਮ ਕਰਨਾ, ਬੰਦਗੀ ਕਰਨੀ, ਇਹ ਭਾਈ 3 ਪ੍ਰਕਾਰ ਦੀ ਹੁੰਦੀ ਹੈ। ਰਾਜਤਮ ਬਹੁਰ ਸ਼ਾਂਤੀ ਸਾਰਾ। ਇੱਕ ਰਾਜਸੀ ਹੈ, ਇੱਕ ਤਾਮਸੀ ਹੈ, ਇੱਕ ਸਾਕਤੀ ਹੈ। ਛੁਦਾ ਅਗਨ ਜਾਲ ਸੋਤਨ ਤਾਵਾ। ਮਹਾਰਾਜ ਕਹਿੰਦੇ ਪਹਿਲਾਂ ਜਿਹੜੀ ਤਾਮਸੀ ਹੈ ਨਾ, ਇਹਦੇ ਵਿੱਚ ਤਾਂ ਵਰਤ ਰੱਖਣੇ, ਭੁੱਖਾ ਰਹਿਣਾ, ਅਗਨ ਤਪਾਉਣੀ, ਆਸੇ ਪਾਸੇ ਧੂੜੀਆਂ ਵਾਲ ਕਰਕੇ ਆਪਣੇ ਆਪ ਨੂੰ ਤਪ ਦੇਣਾ, ਜਲ ਦੇ ਵਿੱਚ ਬੈਠ ਕਰਕੇ ਆਪਣੇ ਸਰੀਰ ਉੱਪਰ ਠੰਡੇ ਜਲ ਦੇ ਘੜੇ ਪਾਉਣੇ। ਕਹਿੰਦੇ ਇਹ ਪਹਿਲਾ ਹੈ ਜੋ ਇਹ ਤਾਮਸੀ ਅਖਵਾਉਂਦਾ ਹੈ। ਇਹ ਤਾਮਸੀ ਫਲ ਦਾ ਕਾਵਾ। ਇਹ ਤਾਮਸੀ ਦੇ ਫਲ ਦੱਸੇ ਨੇ। ਇਹ ਗਿਆਨ ਇਸਤੇ ਨਹੀਂ ਹੋਏ। ਮਹਾਰਾਜ ਕਹਿੰਦੇ ਵਰਤ ਰੱਖਣ ਦੇ ਨਾਲ, ਧੂਣੇ ਤੇ ਪਾਉਣ ਦੇ ਨਾਲ, ਜਲ ਵਿੱਚ ਨਹਾਉਣ ਦੇ ਨਾਲ, ਘੜੇ ਪਾਉਣ ਦੇ ਨਾਲ ਕਹਿੰਦੇ ਕੋਈ ਪਰਮੇਸ਼ਰ ਦਾ ਗਿਆਨ ਨਹੀਂ ਆਉਂਦਾ। ਪਰਮੇਸ਼ਰ ਦਾ ਗਿਆਨ ਕਦੇ ਵੀ ਤੇਰੇ ਮਨ ਅੰਦਰ ਪੈਦਾ ਨਹੀਂ ਹੋਵੇਗਾ। ਦੇਖ ਫਲਨ ਜੇ ਕਰ ਹੈ ਕੋਈ। ਮਹਾਰਾਜ ਕਹਿੰਦੇ ਜੇਕਰ ਕੋਈ ਇਹਨਾਂ ਨੂੰ ਕਰਦਾ ਵੀ ਹੈ, ਵਰਤ ਰੱਖਦਾ ਹੈ, ਕੋਈ ਧੂਣੇ ਤਪਾਉਂਦਾ ਹੈ, ਵਿੱਚ ਬੈਠ ਕਰਕੇ ਸਰੀਰ ਨੂੰ ਸੇਕ ਦਿੰਦਾ ਹੈ ਜਾਂ ਘੜੇ ਸਿਰ ਵਿੱਚ ਪਾਉਂਦਾ ਹੈ, ਕੋਈ ਥੋੜਾ ਬਹੁਤਾ ਫਲ ਤਾਂ ਪ੍ਰਾਪਤ ਹੋ ਸਕਦਾ ਹੈ, ਪਰ ਜੋ ਪਰਮੇਸ਼ਰ ਦਾ ਗਿਆਨ ਹੈ ਉਹ ਕਦਾਚਿਤ ਵੀ ਪ੍ਰਾਪਤ ਨਹੀਂ ਹੁੰਦਾ। ਲੋਕ ਕਰਮ ਠੀਕ ਜੋ ਕਰਨੀ। ਮਹਾਰਾਜ ਕਹਿੰਦੇ ਜਿਹੜਾ ਦੂਸਰਾ ਹੈ ਨਾ ਭਾਈ ਰਾਜਸੀ ਤਪ ਹੁੰਦਾ ਹੈ, ਜਿਹੜੇ ਖੋਟੇ ਕਰਮਾਂ ਦੇ ਕੋਲੋਂ ਆਪਣੇ ਆਪ ਨੂੰ ਰੋਕ ਕੇ ਰੱਖਣਾ, ਵਿਕਾਰਾਂ ਤੋਂ ਆਪਣੇ ਆਪ ਨੂੰ ਰੋਕ ਕੇ ਰੱਖਣਾ, ਆਪਣੇ ਇੰਦਰੀਆਂ ਨੂੰ ਵਿਕਾਰਾਂ ਤੋਂ ਸੰਕੋਚ ਕੇ ਰੱਖਣਾ। ਰਾਜਸ ਇਹ ਸੋ ਕਰਮਨ ਧਰਨੀ। ਕਹਿੰਦੇ ਇਹ ਰਾਜਸੀ ਫਲ ਹੈ ਜਿਹੜਾ ਸ਼ੁਭ ਕਰਮਾਂ ਨੂੰ ਧਾਰਨ ਕਰਨਾ, ਚੰਗੇ ਕੰਮ ਕਰਨੇ। ਬਹੁਰ ਸਾਖੀ ਤਪ ਇਹ ਹੈ। ਮਹਾਰਾਜ ਕਹਿੰਦੇ ਹੁਣ ਜਿਹੜਾ ਸਾਖੀ ਤਪ ਹੈ ਨਾ, ਇਹਦੇ ਬਾਰੇ ਦੱਸਦੇ ਹਾਂ। ਬਿਹਤਰ ਟਿਕਾਵਨ ਕੀਨ। ਇਹ ਆਪਣੇ ਆਪ ਨੂੰ, ਮਨ ਨੂੰ ਪਰਮੇਸ਼ਰ ਦੀ ਬੰਦਗੀ ਦੇ ਵਿੱਚ, ਕਥਾ ਕੀਰਤਨ ਦੇ ਵਿੱਚ ਟਿਕਾ ਕੇ ਰੱਖਣਾ, ਕਥਾ ਕੀਰਤਨ ਅੰਦਰ, ਬੰਦਗੀ ਅੰਦਰ ਜੋੜ ਕੇ ਰੱਖਣਾ, ਇਹ ਜੋ ਸਾਤਕੀ ਫਲ ਹੈ। ਨੇਮ ਸੰਤੋਖ ਦੂਜੋ ਲਖੋ। ਮਹਾਰਾਜ ਕਹਿੰਦੇ ਦੂਜਾ ਇਹ ਜਾਣ ਲਵੋ ਨੇਮ ਅਤੇ ਸੰਤੋਖ ਬਾਰੇ। ਦੂਜੇ ਪ੍ਰਕਾਰ ਸੋਚੀਨ। ਇਹ ਵੀ ਦੋਹਾਂ ਪ੍ਰਕਾਰਾਂ ਦਾ ਹੁੰਦਾ ਹੈ। ਜੋ ਪਈ ਹਾਥ ਪਦਾਰਥ ਆਪਤ ਨਾਹੀ। ਮਹਾਰਾਜ ਕਹਿੰਦੇ ਜਿਹੜਾ ਸੰਤੋਖ ਹੈ ਨਾ, ਜਿਵੇਂ ਕਿਸੇ ਦੇ ਹੱਥ ਕੋਈ ਪਦਾਰਥ ਨਾ ਆਵੇ, ਕੋਈ ਮਿਹਨਤ ਨਾ ਕਰੇ, ਕੋਈ ਕਿਸੇ ਪ੍ਰਕਾਰ ਦੀ ਧੰਦਾ ਨਾ ਕਰੇ, ਖੇਤੀ ਨਾ ਕਰੇ ਤੇ ਕੋਈ ਫਲ ਵੀ ਪ੍ਰਾਪਤ ਨਾ ਹੋਵੇ। ਸੰਤੋਖੀ ਆਸ ਸੁਖ ਪ੍ਰਾਹੀ। ਕਹਿੰਦੇ ਇਹ ਕੋਈ ਸੰਤੋਖ ਨਹੀਂ, ਸਬਰ ਨਹੀਂ, ਮਿਹਨਤ ਹੀ ਨਹੀਂ ਕੀਤੀ, ਕਿਸੇ ਚੀਜ਼ ਦੀ ਪ੍ਰਾਪਤ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਤੇ ਉਹ ਪ੍ਰਾਪਤੀ ਕਿਵੇਂ ਹੋਵੇਗੀ। ਕਹਿੰਦੇ ਫਿਰ ਮਨੁੱਖ ਆਪਣੇ ਆਪ ਨੂੰ ਸੰਤੋਖੀ ਕਹਾਈ ਜਾਵੇ, ਵਿਹਲਾ ਬੈਠਾ, ਇਹ ਸੰਤੋਖੀ ਨਹੀਂ ਹੈ। ਇਸਦੇ ਹਿਰਦੇ ਹਰਖ ਨਹੀਂ ਹੋਏ। ਇਹਦੇ ਨਾਲ ਹਿਰਦਾ ਪ੍ਰਸੰਨ ਨਹੀਂ ਹੁੰਦਾ। ਕੀਰਤ ਸੋ ਚਾਹਤ ਸੋਏ। ਕਹਿੰਦੇ ਇਹ ਤਾਂ ਮਨੁੱਖ ਸਿਰਫ ਆਪਣੀ ਵਡਿਆਈ ਵਾਸਤੇ ਭਲਾ ਦੀ ਕਹੀ ਜਾਵੇ, ਮੇਰੇ ਵਿੱਚ ਬੜਾ ਸਬਰ ਹੈ, ਮੈਂ ਬੜਾ ਸੰਤੋਖੀ ਹਾਂ, ਮੈਨੂੰ ਮਾਇਆ ਦੀ, ਧਨ ਦੀ, ਪਦਾਰਥਾਂ ਦੀ ਲੋੜ ਹੀ ਕੋਈ ਨਹੀਂ। ਘਰ ਦੇ ਵਿੱਚ ਵਿਹਲਾ ਬੈਠ ਕੇ ਸਾਰਾ ਦਿਨ, ਸਾਰੀ ਰਾਤ ਸੌਂ ਕੇ ਵਿਕਾਰ ਭੋਗ ਕੇ ਗੁਜ਼ਾਰ ਦੇਵੇ ਤੇ ਆਪਣੇ ਆਪ ਨੂੰ ਸਬਰੀ ਔਰ ਸੰਤੋਖੀ ਦੱਸੇ। ਮਹਾਰਾਜ ਕਹਿੰਦੇ ਇਹ ਤਾਂ ਸਿਰਫ ਔਰ ਸਿਰਫ ਵਡਿਆਈ ਲੈਣ ਦਾ ਕਾਰਨ ਹੈ, ਹੋਰ ਕੁਝ ਵੀ ਨਹੀਂ। ਦੂਜੇ ਜਥਾ ਲਾਭ ਸੰਤੋਖੂ। ਮਹਾਰਾਜ ਕਹਿੰਦੇ ਜਿਹੜਾ ਦੂਸਰਾ ਹੈ ਨਾ, ਉਹ ਭਾਈ ਇਸ ਪ੍ਰਕਾਰ ਸੰਤੋਖ ਹੈ। ਧਾਤ ਹੈ ਜੋਗੀ ਬਿਨ ਦੋਖੂ। ਜਿਹੜੇ ਜੋਗੀ ਹਨ ਨਾ, ਉਹ ਇਹਨਾਂ ਨੂੰ ਧਾਰਨ ਕਰਦੇ ਨੇ। ਕਸ਼ਟ ਨ ਪ੍ਰਾਪਤ ਤੋ ਹਰਿ ਖਾਈ। ਇਹਦੇ ਜਿਹੜੇ ਪਰਮੇਸ਼ਰ ਦੇ ਨਾਲ ਜੁੜੇ ਹੋਏ ਨੇ, ਉਹੀ ਜੋਗੀ ਅਖਵਾਉਂਦੇ ਨੇ। ਜੇਕਰ ਉਹਨਾਂ ਨੂੰ ਕੋਈ ਵਸਤ ਪ੍ਰਾਪਤ ਨਾ ਹੋਵੇ, ਜੇਕਰ ਕੋਈ ਵੀ ਕਰਮ ਕਰਨਾ ਚਾਹਣ ਪਰ ਉਹ ਨਾ ਹੋਵੇ, ਉਹਦੇ ਵਿੱਚ ਵੀ ਉਹ ਖੁਸ਼ ਰਹਿੰਦੇ ਨੇ, ਭਾਣਾ ਮੰਨਦੇ ਨੇ। ਜੇ ਪ੍ਰਾਪਤ ਹੋਵੇ ਤੋ ਸੁਖ ਪਾਈ। ਜੇਕਰ ਪ੍ਰਾਪਤ ਹੋ ਜਾਵੇ ਤਾਂ ਵੀ ਉਹਦੇ ਵਿੱਚ ਹੰਕਾਰ ਹੀ ਨਹੀਂ ਹੁੰਦੇ, ਤਾਂ ਵੀ ਸੁਖੀ ਹੀ ਰਹਿੰਦੇ ਨੇ। ਦੁਪਰਾ ਵਾਹਿਗੁਰੂ ਕੀ ਰਜਾਏ ਪੈ। ਮਹਾਰਾਜ ਕਹਿੰਦੇ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਹੁਕਮਾਂ ਵਿੱਚ ਹਰਿ ਮਨ ਸੁਖ ਪਾਈ।
ਪਾਏ। ਕਹਿੰਦੇ ਉਹਨਾਂ ਦੇ ਹੁਕਮਾਂ ਵਿੱਚ ਆਗਿਆ ਵਿੱਚ ਹੀ ਕਹਿੰਦੇ ਸੁਖ ਪ੍ਰਾਪਤ ਹੁੰਦੇ ਨੇ, ਮਨ ਸੁਖੀ ਹੁੰਦਾ ਹੈ। ਤੀਸਰ ਆਸਤਕ ਬੁੱਧ ਹੈ। ਜਿਹੜੀ ਤੀਸਰੀ ਉਹ ਆਸਤਕ ਭਾਵ ਧਰਮੀ ਬੁੱਧ ਹੈ। ਗੁਰਬਚਨ ਦ੍ਰਿੜ ਨਿਸ਼ਚਾਏ। ਕਹਿੰਦੇ ਐਸੀ ਧਰਮੀ ਸ਼ਰਧਾ ਭਾਵਨਾ ਵਾਲੀ ਬੁੱਧੀ ਹੈ ਜਿਸ ਦੇ ਵਿੱਚ ਪਰਮੇਸ਼ਰ ਦੇ ਜੋ ਕਥਾ ਕੀਰਤਨ ਦੇ ਵਚਨ ਵਿਲਾਸ ਹਨ ਉਹਨਾਂ ਦੇ ਉੱਪਰ ਮਨ ਦਾ ਦ੍ਰਿੜ ਕਰਕੇ ਨਿਹਚਾ ਕਰਦਾ ਹੈ, ਸੱਚ ਕਰਕੇ ਉਹਨਾਂ ਦਾ ਧਾਰਨੀ ਹੁੰਦਾ ਹੈ। ਸਤਿਗੁਰੂ ਜੀ ਕਹਿੰਦੇ ਇਹੀ ਸਬਰ ਔਰ ਸੰਤੋਖ ਦੀਆਂ ਗੱਲਾਂ ਨੇ। ਕਹਿੰਦੇ ਜੇਕਰ ਕੋਈ ਚੀਜ਼ ਪ੍ਰਾਪਤ ਹੋ ਜਾਵੇ ਪਰਮੇਸ਼ਰ ਦੀਆਂ ਜੁੜਿਆਂ ਨੂੰ ਹੰਕਾਰੀ ਨਹੀਂ ਹੁੰਦੇ, ਜੇਕਰ ਨਾ ਪ੍ਰਾਪਤ ਹੋਵੇ ਨੁਕਸਾਨ ਹੋਵੇ ਕਹਿੰਦੇ ਉਹਦੇ ਵਿੱਚ ਦੁਖੀ ਨਹੀਂ ਹੁੰਦੇ, ਉਹਦੇ ਵਿੱਚ ਵੀ ਇੱਕੋ ਜਿਹੇ ਰਹਿੰਦੇ। ਕਹਿੰਦੇ ਉਹਨਾਂ ਲਈ ਸੋਨਾ ਔਰ ਮਿੱਟੀ ਇੱਕੋ ਬਰਾਬਰ ਹੁੰਦੇ ਨੇ। ਮਿੱਟੀ ਪ੍ਰਾਪਤ ਹੋ ਜਾਵੇ ਤਾਂ ਵੀ ਸੋਨੇ ਜਿੰਨੀ ਖੁਸ਼ੀ ਹੈ, ਸੋਨਾ ਪ੍ਰਾਪਤ ਹੋ ਜਾਵੇ ਉਹ ਵੀ ਹੱਥਾਂ ਦੇ ਵਿੱਚ ਮਿੱਟੀ ਨਜ਼ਰ ਆਉਂਦਾ ਹੈ। ਇਸੇ ਪ੍ਰਕਾਰ ਅੱਜ ਦੀਆਂ ਕਥਾ ਵਿਚਾਰਾਂ ਆਈਆਂ ਨੇ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਰਾਜੇ ਸ਼ਿਵਨਾਲ ਨੂੰ ਉਪਦੇਸ਼ ਦੇ ਰਹੇ ਨੇ ਕਿ ਮਨ ਨਿਰਮਲ ਕਿਵੇਂ ਕੀਤਾ ਜਾ ਸਕਦਾ ਹੈ, ਕਿਵੇਂ ਮਨ ਨਿਰਮਲ ਕਰਕੇ ਮਨੁੱਖ ਮੁਕਤੀ ਪ੍ਰਾਪਤ ਕਰਦਾ ਹੈ ਅਤੇ ਸੱਚਖੰਡ ਦਾ ਵਾਸੀ ਬਣਦਾ ਹੈ। ਇੱਥੇ ਹੀ ਮਹਾਰਾਜ ਦੀਆਂ ਕਥਾ ਵਿਚਾਰਾਂ ਦੀ ਸਮਾਪਤੀ ਹੈ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਗੁਰੂ ਦਾ ਇਤਿਹਾਸ ਸ਼ਬਦ ਜਾਣ ਕੇ ਹਿਰਦਿਆਂ ਵਿੱਚ ਵਸਾਉਣਾ ਤਾਂ ਜੋ ਸਾਡਾ ਲੋਕ ਅਤੇ ਪਰਲੋਕ ਸਮਝ ਸਕੇ। ਆਓ ਆਨੰਦ ਸਾਹਿਬ ਦੀ ਗੁਰਬਾਣੀ ਦੇ ਨਾਲ ਜੁੜੀਏ, ਸਮਾਪਤੀ ਕਰੀਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ। ਸਤਿਗੁਰੂ ਮੈਂ ਪਾਇਆ, ਸਤਿਗੁਰ ਤਾ ਪਾਇਆ, ਸਹਿਜ ਸਿੱਧੀ ਮਨ ਵਚੀਆਂ ਬਾਧਾਈਆਂ। ਰਾਗ ਰਤਨ ਪਰਵਾਰ ਭਰੀਆ ਸ਼ਬਦ ਗਾਵਣ ਆਇਆ, ਸ਼ਬਦ ਤਾ ਗਾਵਹਾਰੀ ਕੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਨਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨਹੁ ਵਿਸਾਰੀ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਜੇ ਸਾਹਿਬਾ ਗਿਆਨਾ ਹੀ ਕਰਤੇ ਰਹਿ, ਕਰਤਾ ਤੇਰਾ ਸਭ ਕੁਛ ਹੈ, ਜਿਸ ਦੇ ਸੋ ਪਾਵਈ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੀਰੀ। ਕਹਿ ਨਾਨਕ ਸੱਚੇ ਸਾਹਿਬ ਗਿਆਨਾ ਹੀ ਕਰਤੀ ਰਹਿ, ਸੱਚਾ ਨਾਮ ਮੇਰਾ ਆਧਾਰੋ। ਸਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਹੋ ਜਾਈਆਂ। ਸਦਾ ਕੁਰਬਾਨ ਕੀਤਾ ਗੁਰ ਵਿਟਹੁ, ਜੈਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਨਹੁ ਸੰਤ ਹੋ ਸ਼ਬਦ ਧਰਹੁ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ। ਕਲਾ ਜਿਤ ਕਰ ਧਾਰਿਆ, ਪੰਜ ਦੂਤ ਦੁਧ ਵਸ ਕੀਤੇ ਕਾਲ ਕੰਟਕ ਮਾਰਿਆ। ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੀ। ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਬਾਜੀ। ਅੰਤ ਸੁਨਹੁ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ। ਆਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਹਿਆ ਘਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਪੂਰੇ। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਸਤ ਮਹਤ, ਦਿਵਸ ਰਾਤ ਦੁਇਦਾਈ ਦਾਇਆ ਪੀਲੇ ਸਗਲ ਜਗਤ। ਆਇਆ ਬੁਰਾਈਆ ਵਾਜੈ ਧਰਮ ਹਦੂਰ, ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਵਾਹਿਗੁਰੂ